कई तो किसान इहो ਜਿਹੇ ਹੈਗੇ ਨੇ जो ਜ਼ਮੀਨ देना भी नहीं चाहते। कोई भी किसान अपनी ਜ਼ਮੀਨ कदे ਵੇਚਣੀ नहीं चाहता, ਜਿਹੜਾ मर्जी ਹੋਵੇ, पर सरकार ਧੱਕੇ ਨਾਲ ਉਹ ਲਵੇ हाईवे ਬਣਾਉਣ ਨੂੰ ਤੇ ਉਹਦੇ ਸਹੀ ਉਹਨੂੰ ਵੈਲਿਊ ਨਾ ਮਿਲੇ, ਸਹੀ ਭਾਅ ਨਾ ਮਿਲੇ ਤੇ ਇਹ ਮਾੜੀ ਗੱਲ ਹੈ। ਪੰਜਾਬ ਦੇ ਵਿੱਚ ਜੇ ਤੁਸੀਂ ਡਾਟਾ ਕਲੈਕਟ ਕੀਤਾ ਹੋਇਆ ਜਾਂ ਕੋਈ ਪੈਸੇ ਦੱਸਦੇ ਹੋ ਜਾਂ ਕਿੰਨੀ ਏਕੜ ਜ਼ਮੀਨ ਪੰਜਾਬ ਦੀ ਜੋ ਇਸ ਸਮੇਂ ਹਾਈਵੇ ਦੇ ਤਹਿਤ ਚਲੀ ਜਾਏਗੀ? ਜਿਹੜਾ ਇਹਦਾ ਫਾਈਨੈਂਸ਼ੀਅਲ ਬੈਨੀਫਿਟ ਪੰਜਾਬ ਨੂੰ ਮਿਲ ਸਕਦਾ ਉਹ 25,000 ਕਰੋੜ ਰੁਪਏ ਤੱਕ ਦਾ ਮਿਲ ਸਕਦਾ ਹੈ। ਜਿਹੜਾ ਸਾਡਾ ਪੰਜਾਬ ਦੇ ਜ਼ਿਮੀਂਦਾਰਾਂ ਦਾ ਲਾਸ ਹੋ ਰਿਹਾ ਹੈ 25,000 ਕਰੋੜ। ਲੱਗਦਾ ਵੀ ਹਜ਼ਾਰਾਂ ਏਕੜ ਜੇ ਜ਼ਮੀਨ ਇੱਦਾਂ ਚਲੀ ਜਾਂਦੀ ਹੈ, ਪੰਜਾਬ ਦੀ ਖੇਤੀ ਪਹਿਲਾਂ ਸੰਕਟ ਵਿੱਚ ਹੈ, ਕਿਸਾਨ ਤਾਂ ਉਹ ਸੰਕਟ ਵਿੱਚ ਚਲੇ ਜਾਣਗੇ। ਬਿਲਕੁਲ ਕਿਸਾਨ ਸੰਕਟ ਦੇ ਵਿੱਚ ਜਾਣਗੇ ਜਦੋਂ ਉਹਨਾਂ ਦੀਆਂ ਜ਼ਮੀਨਾਂ ਵੀ ਲੈ ਲਈਆਂ ਜਾਣਗੀਆਂ ਤੇ ਸਹੀ ਭਾਅ ਨਹੀਂ ਦਿੱਤੇ ਜਾਣਗੇ। ਵਿਧਾਨ ਸਭਾ ਜਾ ਕੇ ਜਦੋਂ ਗੱਲ ਰੱਖੀ ਆਪਦੀ ਜਾ ਕੇ ਕਈ ਐਮਐਲਏ ਸਹਿਮਤ ਸਨ ਕਿ ਉਹ ਵੀ ਸਹਿਮਤ ਨਹੀਂ ਦਿਖਾਈ ਦਿੱਤੇ ਇਹਦੇ ਵਿੱਚ ਵੀ ਨਹੀਂ ਇਹ ਮੁੱਦਾ ਬਾਅਦ 'ਚ ਦੇਖਾਂਗੇ ਜਾਂ ਮੁੱਦਾ ਕੇਂਦਰ ਸਰਕਾਰ ਦੇ ਅਧੀਨ ਹੈਗਾ, ਅਸੀਂ ਕੁਝ ਕਰ ਨਹੀਂ ਸਕਦੇ। ਉਸ ਦਿਨ ਤਾਂ ਮੈਜੋਰਿਟੀ ਆਮ ਆਦਮੀ ਪਾਰਟੀ ਵਾਲਿਆਂ ਦੀ ਸੀ ਤੇ ਉਹਨਾਂ ਦਾ ਮਨ ਨਹੀਂ ਸੀਗਾ ਇਹ ਚੀਜ਼ ਸੁਣਨ। ਚੰਗੇ ਸੁਝਾਅ ਜਿਹੜੇ ਹੁੰਦੇ ਆ ਨਾ ਲੋਕ ਘੱਟ ਹੀ ਸੁਣਦੇ ਹੁੰਦੇ ਆ। ਸੋ ਮੈਂ ਤਾਂ ਇਹਨਾਂ ਨੂੰ ਸੁਝਾਅ ਇੱਦਾਂ ਦਾ ਦੇ ਰਿਹਾ ਸੀ ਜਿਸ 'ਚ ਪੰਜਾਬ ਸਰਕਾਰ ਦਾ ਰੁਪਈਆ ਵੀ ਨਹੀਂ ਲੱਗਣਾ ਤੇ ਪੰਜਾਬ ਦੇ ਜ਼ਿਮੀਂਦਾਰਾਂ ਦਾ ਫਾਇਦਾ। ਜਦੋਂ 20-25-30 ਲੱਖ ਰੁਪਏ ਵਾਲੀ ਜ਼ਮੀਨ ਦਾ ਬੇਸਿਕ ਰੇਟ 5 ਲੱਖ ਰੁਪਏ ਡਿਸਾਈਡ ਹੋ ਗਿਆ ਤਾਂ ਕਿਹੜਾ ਕਿਸਾਨ ਜ਼ਮੀਨ ਦੇਣੀ ਚਾਹੂਗਾ? ਤੇ ਮੈਂ ਪੰਜਾਬ ਸਰਕਾਰ ਦੇ ਕੰਨਾਂ 'ਚ ਵੀ ਇਹ ਆਵਾਜ਼ ਪਾਈ ਸੀ ਸੈਸ਼ਨ ਦੇ ਵਿੱਚ, ਕੋਈ ਅਸਰ ਨਹੀਂ ਹੋਇਆ ਤੇ ਮੈਂ ਆਪ ਨਿਤਿਨ ਗਡਕਰੀ ਜੀ ਨਾਲ ਇਸ਼ੂ ਰੇਜ਼ ਕੀਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬੈਠ ਕੇ ਇਸ ਇਸ਼ੂ ਦਾ ਰੈਜ਼ੋਲੂਸ਼ਨ ਕਰਾਂਗੇ। ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜਾਂ ਸ਼ਹਿਰੀ ਜ਼ਮੀਨਾਂ ਕੁਛ ਇਹੋ ਜਿਹੀਆਂ ਹੈਗੀਆਂ ਨੇ ਜੋ ਹਾਈਵੇ ਰਾਹੀਂ ਜੰਮੂ ਕਟੜਾ ਹਾਈਵੇ ਰਾਹੀਂ ਜੋ ਦਿੱਲੀ ਦੇ ਨਾਲ ਜੁੜਨਾ ਹੈ ਉਸ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਨਾਲ ਕਿਸਾਨ ਵੀ ਪ੍ਰੋਟੈਸਟ ਕਰਦੇ ਆਏ ਨੇ। ਕਿਸਾਨਾਂ ਨੇ ਵੀ ਗੱਲ ਰੱਖੀ ਸੀ ਕੋਈ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ, ਜਿੱਥੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਸਨ ਉਸ ਉੱਪਰ ਉਹਨਾਂ ਨੂੰ ਮੁਕੰਮਲ ਪੈਸੇ ਨਹੀਂ ਦਿੱਤੇ ਜਾ ਰਹੇ ਸਨ। ਅੱਜ ਦੁਬਾਰਾ ਫਿਰ ਇਹ ਮੁੱਦਾ ਚੁੱਕਿਆ ਗਿਆ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ, ਜੋ ਕਿ ਸੁਲਤਾਨਪੁਰ ਲੋਧੀ ਦੇ ਆਜ਼ਾਦ ਉਮੀਦਵਾਰ ਐਮਐਲਏ ਮੌਜੂਦਾ ਨੇ। ਇੱਕੋ ਹੀ ਐਮਐਲਏ ਸੀ ਜੋ ਆਜ਼ਾਦ ਉਮੀਦਵਾਰ ਜਿੱਤੇ ਸੀ ਪੰਜਾਬ ਦੇ ਵਿੱਚ, ਸਾਡੇ ਨਾਲ ਮੌਜੂਦ ਨੇ। ਉਹਦੇ ਗੱਲਬਾਤ ਕਰ ਰਹੇ ਸੀ ਜੋ ਕਿਸਾਨਾਂ ਦੀਆਂ ਜ਼ਮੀਨਾਂ ਨੇ ਜੋ ਹਾਈਵੇ ਦਾ ਜਾਲ ਵਿਛਾਇਆ ਜਾ ਰਿਹਾ ਉਸ ਉੱਪਰ ਕਿ ਵਾਕਈ ਹੀ ਕਿਸਾਨਾਂ ਨੂੰ ਬਣਦੇ ਉਸ ਦੇ ਪੈਸੇ ਦਿੱਤੇ ਜਾ ਰਹੇ ਨੇ ਜਾਂ ਕਿਸਾਨ ਆਪਣੀ ਜ਼ਮੀਨ ਦੇਣਾ ਵੀ ਚਾਹੁੰਦੇ ਨੇ ਜਾਂ ਨਹੀਂ। ਰਾਣਾ ਇੰਦਰ ਪ੍ਰਤਾਪ ਸਿੰਘ ਸਾਡੇ ਨਾਲ ਨੇ। ਸਭ ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਥੈਂਕ ਯੂ ਜੀ। ਪਹਿਲਾ ਸਮੇਂ ਸਵਾਲ ਇਹ ਹੈ ਕਿ ਕਿਸਾਨ ਵੀ ਪ੍ਰੋਟੈਸਟ ਕਰਦੇ ਆ ਰਹੇ ਨੇ ਜੋ ਤੁਸੀਂ ਅੱਜ ਮੁੱਦਾ ਚੱਕ ਕਿ ਜੋ ਜੰਮੂ ਕਟੜਾ ਹਾਈਵੇ ਨੂੰ ਲੈ ਕੇ ਵੀ ਪਹਿਲਾ ਮੁੱਦਾ ਰਿਹਾ, ਹੋਰ ਵੀ ਬੜੇ ਭਾਰਤਮਾਲਾ ਦਾ ਪ੍ਰੋਜੈਕਟ ਵੀ ਹੈਗਾ ਉਸ ਤਹਿਤ ਵੀ ਜੋ ਜ਼ਮੀਨਾਂ ਆਉਂਦੀਆਂ ਨੇ ਕਿਸਾਨਾਂ ਦੀਆਂ, ਕਿ ਵਾਕਈ ਕਿਸਾਨਾਂ ਨੂੰ ਰੇਟ ਸਹੀ ਮਿਲ ਰਿਹਾ? ਜਦ ਤੁਸੀਂ ਨਿਤਿਨ ਗਡਕਰੀ ਨੂੰ ਜਾ ਕੇ ਮਿਲੇ ਹੋ, ਤੁਸੀਂ ਗੱਲ ਰੱਖੀ ਕਿਸਾਨਾਂ ਦੀ, ਕਈ ਤਾਂ ਕਿਸਾਨ ਇਹੋ ਜਿਹੇ ਹੈਗੇ ਨੇ ਜੋ ਜ਼ਮੀਨ ਦੇਣਾ ਵੀ ਨਹੀਂ ਚਾਹੁੰਦੇ। ਵੇਖੋ ਜੀ ਗੱਲ ਇਹ ਆ, ਜਦੋਂ 20-25-30 ਲੱਖ ਰੁਪਏ ਵਾਲੀ ਜ਼ਮੀਨ ਦਾ ਬੇਸਿਕ ਰੇਟ 5 ਲੱਖ ਰੁਪਏ ਡਿਸਾਈਡ ਹੋ ਗਿਆ ਤਾਂ ਕਿਹੜਾ ਕਿਸਾਨ ਜ਼ਮੀਨ ਦੇਣੀ ਚਾਹੂਗਾ? ਸੋ ਕੋਈ ਵੀ ਕਿਸਾਨ ਆਪਣੀ ਜ਼ਮੀਨ ਕਦੇ ਵੇਚਣੀ ਨਹੀਂ ਚਾਹੁੰਦਾ, ਜਿਹੜਾ ਮਰਜ਼ੀ ਹੋਵੇ, ਪਰ ਸਰਕਾਰ ਧੱਕੇ ਨਾਲ ਉਹ ਲਵੇ ਹਾਈਵੇ ਬਣਾਉਣ ਨੂੰ ਤੇ ਉਹਦੇ ਸਹੀ ਉਹਨੂੰ ਵੈਲਿਊ ਨਾ ਮਿਲੇ, ਸਹੀ ਭਾਅ ਨਾ ਮਿਲੇ ਤੇ ਇਹ ਮਾੜੀ ਗੱਲ ਹੈ। ਇਹ ਮੇਰੇ ਇਲਾਕੇ ਦਾ ਬੜਾ ਵੱਡਾ ਇਸ਼ੂ ਹੈ, ਲੋਕਾਂ ਨੂੰ ਭਾਅ ਸਹੀ ਨਹੀਂ ਮਿਲ ਰਿਹਾ ਤੇ ਮੈਂ ਪੰਜਾਬ ਸਰਕਾਰ ਦੇ ਕੰਨਾਂ 'ਚ ਵੀ ਇਹ ਆਵਾਜ਼ ਪਾਈ ਸੀ ਸੈਸ਼ਨ ਦੇ ਵਿੱਚ, ਕੋਈ ਅਸਰ ਨਹੀਂ ਹੋਇਆ ਤੇ ਮੈਂ ਆਪ ਨਿਤਿਨ ਗਡਕਰੀ ਜੀ ਨਾਲ ਇਸ਼ੂ ਰੇਜ਼ ਕੀਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬੈਠ ਕੇ ਇਸ ਇਸ਼ੂ ਦਾ ਰੈਜ਼ੋਲੂਸ਼ਨ ਕਰਾਂਗੇ। ਤੁਸੀਂ ਜਦੋਂ ਆਵਾਜ਼ ਚੁੱਕੀ ਸੀ ਵਿਧਾਨ ਸਭਾ ਜਾ ਕੇ ਜਦੋਂ ਗੱਲ ਰੱਖੀ ਆਪਦੀ ਜਾ ਕੇ ਕਈ ਐਮਐਲਏ ਸਹਿਮਤ ਸਨ ਕਿ ਉਹ ਵੀ ਸਹਿਮਤ ਨਹੀਂ ਦਿਖਾਈ ਦਿੱਤੇ ਇਹਦੇ ਵਿੱਚ ਵੀ ਨਹੀਂ ਇਹ ਮੁੱਦਾ ਬਾਅਦ 'ਚ ਦੇਖਾਂਗੇ ਜਾਂ ਮੁੱਦਾ ਕੇਂਦਰ ਸਰਕਾਰ ਦੇ ਅਧੀਨ ਹੈਗਾ, ਅਸੀਂ ਕੁਝ ਕਰ ਨਹੀਂ ਸਕਦੇ। ਦੇਖੋ ਇੱਦਾਂ ਉਸ ਦਿਨ ਤਾਂ ਮੈਜੋਰਿਟੀ ਆਮ ਆਦਮੀ ਪਾਰਟੀ ਵਾਲਿਆਂ ਦੀ ਸੀ ਤੇ ਉਹਨਾਂ ਦਾ ਮਨ ਨਹੀਂ ਸੀਗਾ ਇਹ ਚੀਜ਼ ਸੁਣਨ। ਚੰਗੇ ਸੁਝਾਅ ਜਿਹੜੇ ਹੁੰਦੇ ਆ ਨਾ ਲੋਕ ਘੱਟ ਹੀ ਸੁਣਦੇ ਹੁੰਦੇ ਆ। ਸੋ ਮੈਂ ਤਾਂ ਇਹਨਾਂ ਨੂੰ ਸੁਝਾਅ ਇੱਦਾਂ ਦਾ ਦੇ ਰਿਹਾ ਸੀ ਜਿਸ 'ਚ ਪੰਜਾਬ ਸਰਕਾਰ ਦਾ ਰੁਪਈਆ ਵੀ ਨਹੀਂ ਲੱਗਣਾ ਤੇ ਪੰਜਾਬ ਦੇ ਜ਼ਿਮੀਂਦਾਰਾਂ ਦਾ ਫਾਇਦਾ ਹੋਣਾ। ਕਿੰਨੀ ਜ਼ਮੀਨ ਹੈ ਪੰਜਾਬ ਦੇ ਵਿੱਚ ਜੇ ਤੁਸੀਂ ਡਾਟਾ ਕਲੈਕਟ ਕੀਤਾ ਹੋਇਆ ਜਾਂ ਕੋਈ ਪੈਸੇ ਦੱਸਦੇ ਹੋ ਜਾਂ ਕਿੰਨੀ ਏਕੜ ਜ਼ਮੀਨ ਪੰਜਾਬ ਦੀ ਜੋ ਇਸ ਸਮੇਂ ਹਾਈਵੇ ਦੇ ਤਹਿਤ ਚਲੀ ਜਾਏਗੀ? ਜਿਹੜਾ ਇਹਦਾ ਫਾਈਨੈਂਸ਼ੀਅਲ ਬੈਨੀਫਿਟ ਪੰਜਾਬ ਨੂੰ ਮਿਲ ਸਕਦਾ ਉਹ 25,000 ਕਰੋੜ ਰੁਪਏ ਤੱਕ ਦਾ ਮਿਲ ਸਕਦਾ ਹੈ। ਜਿਹੜਾ ਸਾਡਾ ਪੰਜਾਬ ਦੇ ਜ਼ਿਮੀਂਦਾਰਾਂ ਦਾ ਲਾਸ ਹੋ ਰਿਹਾ ਹੈ 25,000 ਕਰੋੜ ਰੁਪਏ, ਬੜੀ ਵੱਡੀ ਅਮਾਊਂਟ ਹੈਗੀ ਆ ਤੇ ਅੱਜ ਹਰ ਤਰੀਕੇ ਨਾਲ ਕਿਸਾਨ ਦੱਬ ਰਿਹਾ। ਚਾਹੇ ਜ਼ਮੀਨਾਂ ਦੇ ਵਿੱਚ ਜਿਹੜੀ ਫਸਲਾਂ ਬੀਜਦੇ ਆ ਉਹਨਾਂ ਦਾ ਝਾੜ ਘਟ ਰਿਹਾ, ਮੌਸਮ ਦੇ ਕਰਕੇ ਯੀਲਡ ਕਣਕ ਦੀ ਘਟੀ ਆ, ਹੋਰ ਫਸਲਾਂ 'ਚ ਵੀ ਇਫੈਕਟ ਹੋਇਆ ਆ
ਆ ਝੋਨੇ ਦਾ ਤੁਸੀਂ ਵੇਖੋ ਹਾਲ ਕੀ ਹੋ ਰਿਹਾ, ਲੇਟ ਸੋਇੰਗ ਹੋ ਰਹੀ ਆ। ਇਹ ਚੀਜ਼ਾਂ ਨਾਲ ਜ਼ਿਮੀਂਦਾਰ ਦਾ ਨੁਕਸਾਨ ਹੋਣਾ, ਤੇ ਜਿਹਦੀ ਜ਼ਮੀਨ ਜਾ ਰਹੀ ਹੈ ਉਹਦੇ ਜ਼ਮੀਨ ਦੇ ਟੋਟੇ ਚਾਰ ਹੋ ਰਹੇ ਆ, ਜਿੱਥੋਂ ਹਾਈਵੇ ਨਿਕਲ ਰਿਹਾ, ਪਲਾਟ ਖਰਾਬ ਹੋ ਰਹੇ। ਸਾਰੀਆਂ ਚੀਜ਼ਾਂ ਸੋਚਣ ਦੀ ਲੋੜ ਹੈ। ਲੱਗਦਾ ਵੀ ਹਜ਼ਾਰਾਂ ਏਕੜ ਜੇ ਜ਼ਮੀਨ ਇਦਾਂ ਚਲੀ ਜਾਂਦੀ ਹੈ, ਪੰਜਾਬ ਦੀ ਖੇਤੀ ਪਹਿਲਾਂ ਸੰਕਟ ਵਿੱਚ ਹੈ, ਕਿਸਾਨ ਤਾਂ ਉਹ ਸੰਕਟ ਵਿੱਚ ਚਲੇ ਜਾਣਗੇ। ਬਿਲਕੁਲ ਕਿਸਾਨ ਸੰਕਟ ਦੇ ਵਿੱਚ ਜਾਣਗੇ ਜਦੋਂ ਉਹਨਾਂ ਦੀਆਂ ਜ਼ਮੀਨਾਂ ਵੀ ਲੈ ਲਈਆਂ ਜਾਣਗੀਆਂ ਤੇ ਸਹੀ ਭਾਅ ਨਹੀਂ ਦਿੱਤੇ ਜਾਣਗੇ। ਤੁਸੀਂ ਗਡਕਰੀ ਨੂੰ ਗੱਲ ਦੇਖੀ ਹੈ, ਜੋ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਕਿਸਾਨ, ਉਸ ਦਾ ਹੱਲ ਕੀ ਹੈ? ਵੇਖੋ ਜੀ, ਗੱਲ ਇਹ ਆ, ਜ਼ਮੀਨ ਨਾ ਦੇਣ ਬਾਰੇ ਤਾਂ ਅਸੀਂ ਕੋਈ ਡਿਸਕਸ਼ਨ ਨਹੀਂ ਕੀਤੀ, ਤੇ ਲੋਕਾਂ ਦੀ ਮੰਗ ਇਹ ਆ, ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ, ਪ੍ਰੋਵਾਈਡਡ ਸਾਨੂੰ ਭਾਅ ਸਹੀ ਮਿਲੇ। ਭਾਅ ਤੈਅ ਕੌਣ ਕਰੇਗਾ? ਐਸਡੀਐਮ ਤੈਅ ਕਰੂਗਾ, ਡੀਸੀ ਤੈਅ ਕਰੂਗਾ, ਕਿ ਕਿਸਾਨ ਖੁਦ ਬੈਠ ਕੇ ਤੈਅ ਕਰਨਗੇ? ਭਾਅ ਡਿਸਾਈਡ ਕਰਨ ਦਾ ਇੱਕ ਫਾਰਮੂਲਾ ਬਣਿਆ ਹੋਇਆ ਕਿ ਜੋ ਏਰੀਏ ਦੀ ਮਾਰਕੀਟ ਪ੍ਰਾਈਸ ਹੈ, ਦੈਟ ਵਿਲ ਬੀ ਦੀ ਬੇਸਿਕ ਪ੍ਰਾਈਸ। ਤੇ ਅੱਧੇ ਪੰਜਾਬ ਦੇ ਵਿੱਚ ਅਲੱਗ ਐਕਟ ਦੇ ਨਾਲ, ਅਲੱਗ ਨੋਟੀਫਿਕੇਸ਼ਨ ਦੇ ਨਾਲ ਭਾਅ ਡਿਸਾਈਡ ਹੋਏ ਆ। ਤੇ ਸਾਡੇ ਸੁਲਤਾਨਪੁਰ ਦੇ ਵਿੱਚ 26/7 ਨਾ, ਬਾਕੀ 'ਚ 28/6 ਨਾ। ਸਾਡੀ ਲੋੜ ਮੰਗ ਸਿਰਫ ਇੰਨੇ ਆ, ਸਾਨੂੰ ਵੀ 28/6 ਨਾ ਸਾਡਾ ਭਾਅ ਡਿਸਾਈਡ ਹੋਣਾ ਚਾਹੀਦਾ। ਭਾਤਮਾਲਾ ਪ੍ਰੋਜੈਕਟ ਦੇ ਤਹਿਤ ਕਈ ਜ਼ਮੀਨਾਂ ਆਈਆਂ, ਕੈਪਟਨ ਸਾਹਿਬ ਦੀ ਕੋਠੀ ਦੇ ਬਾਅਦ ਵੀ ਪ੍ਰੋਟੈਸਟ ਹੁੰਦਾ ਰਿਹਾ, ਕਾਫੀ ਲੰਮੇ ਸਮੇਂ ਤੱਕ ਕਿਸਾਨ ਬੈਠੇ ਦੇ। ਕਿਸਾਨ ਕਹਿੰਦੇ ਸੀ ਜੇ ਭਾਅ ਤੈਅ ਕਰਨਾ ਜ਼ਮੀਨ ਦਾ, ਜੇ ਭਾਤਮਾਲਾ ਤਹਿਤ ਜ਼ਮੀਨ ਜਾਂਦੀ ਹੈ ਵੀ ਸਾਨੂੰ ਵਿੱਚ ਬਿਠਾਇਆ ਜਾਵੇ, ਅਸੀਂ ਡੀਸੀ ਨਾਲ ਜਾਂ ਕਿਸੇ ਕਲੈਕਟਰ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਜਿਹੜਾ ਕਾਨੂੰਨ ਹੈ ਉਹ ਹੀ ਕਹਿੰਦਾ ਕਿਸਾਨ, ਦੋ ਪਬਲਿਕ ਰਿਪਰੈਜ਼ੈਂਟੇਟਿਵ, ਚਾਹੇ ਐਮਐਲਏ ਹੋਵੇ, ਚਾਹੇ ਐਮਪੀ ਹੋਵੇ, ਤੇ ਡੀਸੀ, ਇਹਨਾਂ ਦੀ ਇੱਕ ਕਮੇਟੀ ਬਣਦੀ ਹੈ ਜਿਹੜਾ ਭਾਅ ਡਿਸਾਈਡ ਕਰੇਗੀ। ਪਰ ਇਸ ਕੇਸ ਦੇ ਵਿੱਚ ਪੁਰਾਣੀ ਸਰਕਾਰ ਨੇ ਕੋਈ ਵੀ ਸਿਸਟਮ ਫੋਲੋ ਨਹੀਂ ਕੀਤਾ। ਇੱਕ ਆਖਰੀ ਸਵਾਲ ਹੈ, ਕਾਂਗਰਸ ਪਾਰਟੀ ਨੂੰ ਲੈ ਕੇ ਜਾਖੜ ਸਾਹਿਬ ਨੇ ਅਲਵਿਦਾ ਕਹਿਤਾ ਕਾਂਗਰਸ ਨੂੰ। ਤੁਸੀਂ ਕਾਂਗਰਸ ਵਿੱਚ ਨਹੀਂ ਹੋ, ਤੁਹਾਡੇ ਪਿਤਾ ਜੀ ਕਾਂਗਰਸ ਵਿੱਚ ਨੇ, ਕਿੱਦਾਂ ਦੇਖਦੇ ਇਸ ਚੀਜ਼ ਨੂੰ? ਅੱਜ ਦਾ ਮੁੱਦਾ ਆਪਾਂ ਸਿਰਫ ਮੈਂ ਪੰਜਾਬ ਦੇ ਜ਼ਿਮੀਂਦਾਰਾਂ ਦੇ ਉੱਤੇ ਗੱਲ ਕਰਨੀ ਚਾਹੁੰਦਾ। ਇਹ ਸਵਾਲ ਲਈ ਤੁਸੀਂ ਮੈਨੂੰ ਨੈਕਸਟ ਟਾਈਮ ਜਦੋਂ ਮਰਜ਼ੀ ਪੁੱਛ ਲਓ। ਇੱਕ ਆਖਰੀ ਸਵਾਲ ਜ਼ਿਮੀਂਦਾਰ ਨੂੰ ਲੈ ਕੇ, ਜੋ ਕਿਸਾਨ ਇਸ ਸਮੇਂ ਤਾਜ਼ੀ ਦੇ ਵਿੱਚ ਹੈਗਾ, ਲੱਗਦਾ ਵੀ ਜੋ 18 ਜੂਨ ਸਰਕਾਰ ਨੇ ਤੈਅ ਕਰਤੀ ਹੈ ਝੋਨਾ ਲਗਾਉਣ ਵਾਸਤੇ, ਇਹ ਸਹੀ ਕਿ ਗਲਤ ਹੈ? ਕਿਉਂਕਿ ਕਿਸਾਨ ਕਹਿੰਦੇ ਨੇ 18 ਨਹੀਂ, ਅਸੀਂ 10 ਨੂੰ ਲਗਾਵਾਂਗੇ ਝੋਨਾ। ਉਸ ਤੋਂ ਪਹਿਲਾਂ ਵੀ ਕਈ ਨੇ ਐਲਾਨ ਕਰਤਾ ਸੀ। ਦੇਖੋ ਜੀ, ਕਈਆਂ 'ਚ 18 ਆ, ਮੇਰੇ ਇਲਾਕੇ 'ਚ 28 ਜੂਨ ਹੈ। ਗੱਲ ਸੋਚਣ ਵਾਲੀ ਇਹ ਆ ਕਿ ਜੇ 28 ਜੂਨ ਨੂੰ ਝੋਨਾ ਲੱਗਣਾ ਚਾਲੂ ਹੋਊਗਾ ਤੇ ਝੋਨਾ ਲਾਉਣ ਦਾ ਪ੍ਰੋਸੀਜਰ 1 ਮਹੀਨੇ ਦਾ ਆ, ਸਟਾਰਟ ਟੂ ਫਿਨਿਸ਼। ਲੋਕਾਂ ਨੇ ਲੇਬਰਾਂ ਅਰੇਂਜ ਕਰਨੀਆਂ, ਤੇ ਜੇ 28 ਜੁਲਾਈ ਨੂੰ ਜਾ ਕੇ ਝੋਨਾ ਲੱਗੂਗਾ ਤੇ ਝੋਨਾ ਪੱਕੂਗਾ ਕਦੋਂ? ਜਦੋਂ ਪੱਕਣਾ ਝੋਨਾ ਉਦੋਂ ਨਵੰਬਰ ਆ ਜਾਣਾ, ਤੇ ਨਵੰਬਰ ਦੇ ਵਿੱਚ ਠੰਡ ਪੈਣ ਲੱਗ ਪੈਂਦੀ ਆ, ਤੇ ਝੋਨਾ ਪੱਕੂਗਾ ਕਿਵੇਂ? ਜਦੋਂ ਜ਼ਿਮੀਂਦਾਰਾਂ ਨੇ ਝੋਨਾ ਮੰਡੀਆਂ 'ਚ ਲੈ ਕੇ ਆਉਣਾ, ਉਦੋਂ ਇਸ਼ੂ ਆਉਣਾ ਮੋਇਸਚਰ ਦਾ, ਤੇ ਸਾਡੀ ਫਸਲ ਚੱਕੀ ਕਿਵੇਂ ਜਾਊਗੀ? ਤੇ ਇਹਦੇ ਨਾਲ ਇੱਕ ਚੀਜ਼ ਹੋਰ ਸੋਚਣ ਵਾਲੀ ਆ ਕਿ ਅਜੇ 3 ਮਹੀਨਾ ਵੀ ਪੂਰਾ ਨਹੀਂ ਹੋਇਆ, ਪੰਜਾਬ ਦਾ ਜ਼ਿਮੀਂਦਾਰ ਕਣਕ ਦਾ ਨੁਕਸਾਨ ਖਾ ਕੇ ਹਟਿਆ ਯੀਲਡ ਵੱਲੋਂ, ਬਿਕੋਜ਼ ਆਫ ਵੈਦਰ ਕੰਡੀਸ਼ਨ। ਤੇ ਜੇ ਝੋਨੇ ਦੀ ਬਿਜਾਈ 20 ਤੋਂ 25 ਦਿਨ ਲੇਟ ਹੁੰਦੀ ਹੈ, ਝੋਨੇ ਦੀ ਹਾਰਵੈਸਟਿੰਗ 1 ਮਹੀਨਾ ਲੇਟ ਹੋਣੀ ਆ, ਤੇ ਜੇ 1 ਮਹੀਨਾ ਕਣਕ ਲੇਟ ਬੀਜੀ ਜਾਊਗੀ, ਸਾਨੂੰ ਅੱਜ ਸੋਚਣ ਦੀ ਲੋੜ ਹੈ ਕਿ ਅਗਲੇ ਸਾਲ ਕਣਕ ਤੇ ਫਾਰਮਰ ਦੀ ਇਨਕਮ ਤੇ ਕੀ ਨੁਕਸਾਨ ਹੋਣਾ। ਸਰਕਾਰ ਦੀ ਪਾਵਰ ਨਾ ਦੇਣ ਦੀ ਕੈਪੇਬਿਲਿਟੀ ਤਾਂ ਦੇ ਕਾਰਨ ਪੰਜਾਬ ਦੇ ਜ਼ਿਮੀਂਦਾਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਤੁਸੀਂ ਸਾਡੀ ਗੱਲ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਰਾਣਾ ਇੰਦਰ ਪ੍ਰਤਾਪ ਸਿੰਘ, ਜੋ ਕਿ ਆਜ਼ਾਦ ਉਮੀਦਵਾਰ ਸੁਲਤਾਨਪੁਰ ਲੋਧੀ ਤੋਂ ਸਨ। ਇੱਕੋ ਆਜ਼ਾਦ ਉਮੀਦਵਾਰ ਸਨ ਜੋ ਪੰਜਾਬ ਵਿੱਚ ਜਿੱਤੇ ਸਨ। ਭਾਤਮਾਲਾ ਪ੍ਰੋਜੈਕਟ ਦੀ ਗੱਲ ਕਰ ਲਈਏ, ਚਾਹੇ ਜੰਮੂ ਕਟੜਾ ਹਾਈਵੇ ਦੀ ਗੱਲ ਕਰ ਲਈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਲਗਾਤਾਰ ਵਿਰੋਧ ਕੀਤਾ ਸੀ। ਉਹ ਕਈ ਜ਼ਮੀਨਾਂ ਦੇਣਾ ਚਾਹੁੰਦੇ ਨੇ, ਜਿਹੜੇ ਕਿਸਾਨ ਜ਼ਮੀਨਾਂ ਦੇਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਉਸ ਤਰੀਕੇ ਦੇ ਭਾਅ ਨਹੀਂ ਮਿਲਦੇ ਜਿਸ ਤਰੀਕੇ ਨਾਲ ਕਿਸਾਨ ਚਾਹੁੰਦੇ ਨੇ। ਤਾਂ ਦੇਖਾਂਗੇ ਕਿ ਵਾਕਈ ਜੋ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਜਾਊਗੀ, ਹਾਈਵੇ ਬਣਨਗੇ, ਉਸ ਨਾਲ ਪਹਿਲਾਂ ਹੀ ਕਿਸਾਨੀ ਸੰਕਟ ਹੈ, ਹੋਰ ਆਉਣ ਵਾਲੇ ਸਮੇਂ ਵਿੱਚ ਕਿੰਨਾ ਪੰਜਾਬ 'ਚ ਕਿਸਾਨੀ ਸੰਕਟ ਆਵੇਗਾ।